नाम मिले बड़ियाई, इदों उपर कर्म नहीं। जेकर हुंदे मंगण जाइए, फिर अलांभा मिलै तहीं। बाबा जी अपनी बाणी अंदर किरपा करते आ। अज दुनिया ते किहदी वडियाई है? राज तां कलयुग दा है, पहरा गुरु नानक दा। गुरु नानक दी वडियाई है, उन्हां दे नाम दी वडियाई है, नाम नूं जपण वालियां दी वडियाई है। वडियाई सच्चे नाम की, हों जीवा सुन सुने। जे असीं गुरु नानक दी वडियाई करदे आ, गुरु नानक दा नाम लैने आ, गुरु नानक दी बाणी पढ़दे आ, वो वडियाई है। फिर बाबा जी किरपा करदे सी, वडियाई करन नाल साडा हिरदा शुद्ध हो जाता है, साडे ते गुरु नानक दी किरपा हो जाती। बड़ा तेरा दरबार सच्चा तुध ताकत। ये किहदा दरबार वड्डा है? जिथे सचखंड विच गुरु नानक देव जी महाराज उन्हां दा प्रकाश है, गुरु ग्रंथ साहिब दा प्रकाश है, गुरु नानक दे फोटो लगे है। ये दरगाही बाणी है। बाबा जी किरपा करते सी, गुरु नानक गुरु ग्रंथ साहब विच वसे हुए है। जिसकी बाणी तिस मैं समाणी, नानक गुप्त वरतदा प्रगट संत जना। वो अपने प्यारिਆਂ राही प्रगट है, अपने नंद विच बैठे है, बोधा अवतार है, सानू तक रहे है। वो सानू तक रहे है, सारी दुनिया दे सांझे है, किसे एक दे नहीं। साडे लोकां दे विच वितकरे आ जांदे है, जातां पातां दे वितकरे आ जांदे है, धर्मां दे वितकरे आ जांदे है, होर कई चीज़ां दे वितकरे आ जांदे है। जिहड़ा गुरु नानक दा मिशन है, गुरु नानक दी बाणी है, इहदा किसे नाल कोई वितकरा नहीं। ये सारी दुनिया दी सांझी बाणी है, किसे एक दी भी नहीं। बाबा जी बाणी अंदर भी किरपा करते हैं। सांझा साहेब बाप हमारा, नौनिध तेरे खुट भंडारा। वो सारी दुनिया दे सांझे है, ते बाप कहण दा अख्तियार किनू है? जिन्हां ने भाई हुक्म मान लिया, आग्या विच आ गए, पर सांझे सब दे है। कोई भी अरदास बेनती कर सकदा है। खत्तरी, ब्राह्मण, सूद, बैस, उपदेश, चौं वर्णा को सांझा। चौं वर्णा को दे उपदेश, नाथ पंडित को सदा आदेश। बीज मंत्र सर्व को ज्ञान, चौं वर्णा में जपै को नाम। कोई भी जप सकता है, किसे लहजे विच जप सकता है। उन्हें अपने मालिक नूं, अपने साईं नूं, अपने रहबर नूं, अपने गुरु नूं याद करना है।
ਕਦੋਂ ਯਾਦ ਕਰਦਾ ਹੈ? ਜਿਹਦਾ ਅੰਦਰੋਂ ਮਨ ਬਣਦਾ ਹੈ, ਫੁਰਨਾ ਫੁਰਦਾ ਹੈ, ਫਿਰ ਉਹ ਯਾਦ ਕਰਦਾ। ਵਡਿਆਈ ਸੱਚੇ ਨਾਮ ਕੀ, ਹਉ ਜੀਵਾ ਸੁਣ ਸੁਣੇ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਾਗਤ। ਵੱਡੀ ਹੂੰ ਵੱਡਾ, ਅਪਾਰ ਤੇਰਾ ਮਰਤਬਾ। ਕਿੱਡੀ ਕੁ ਵਡਿਆਈ ਵੱਡੀ ਹੈ, ਕਿੱਡਾ ਕੁ ਮਰਤਬਾ ਵੱਡਾ ਹੈ, ਇਹਨੂੰ ਕੋਈ ਅੰਦਾਜ਼ਾ ਨਹੀਂ ਦੇ ਸਕਦਾ, ਕੋਈ ਦੱਸ ਨਹੀਂ ਸਕਦਾ ਕਿੰਨਾ ਕੁ ਵੱਡਾ। ਅਪਾਰ ਤੇਰਾ ਮਰਤਬਾ। ਤੇ ਆਨੰਦ ਵਧਾਈ ਵੀ ਇਹਦੇ ਘਰ ਵਿੱਚ ਹੈ। ਤੇਰਾ ਘਰ ਆਨੰਦ ਵਧਾਈ ਤੁਧ ਘਰ। ਬਾਬਾ ਜੀ ਕਿਰਪਾ ਕਰਦੇ ਸੀ, ਪਰ ਜਿਹੜੀ ਸ਼ਾਂਤੀ ਬੂੰਦ ਹੈ ਉਹ ਕਿਹਦੇ ਮੂੰਹ ਵਿੱਚ ਪੈਂਦੀ ਹੈ? ਮੋਹਲੇ ਧਾਰ ਮੀਂਹ ਪੈਂਦਾ, ਬੰਬੀਹਾ ਬੋਲ ਰਿਹਾ, ਉਹਦਾ ਧਿਆਨ ਕਿਹਦੇ ਵੱਲ ਹੈ? ਸ਼ਾਂਤੀ ਬੂੰਦ ਵੱਲ ਹੀ ਹੈ, ਹੋਰ ਕਿਸੇ ਪਾਸੇ ਨਹੀਂ। ਜਿਹੜੀਆਂ ਬੂੰਦਾਂ ਮੋਹਲੇ ਧਾਰ ਡਿੱਗਦੀਆਂ ਉਹਨਾਂ ਵੱਲ ਨਹੀਂ। ਜਦੋਂ ਉਹਦੇ ਮੂੰਹ ਵਿੱਚ ਪੈ ਜਾਂਦੀ ਹੈ, ਫਿਰ ਉਹਦੀ ਪਿਆਸ ਬੁਝਦੀ ਹੈ। ਪਿਆਸ ਇਵੇਂ ਜਿਵੇਂ ਜਿਹੜੇ ਭਾਈ ਗੁਰਮੁਖ ਪਿਆਰੇ ਆ, ਰੱਬ ਦਾ ਨਾਂ ਲੈਣ ਵਾਲੇ ਆ, ਉਹ ਸੱਚੇ ਮਨ ਨਾਲ, ਸੱਚੇ ਹਿਰਦੇ ਨਾਲ, ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਜਦੋਂ ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ, ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਫਿਰ ਗੁਰੂ ਨਾਨਕ ਦੀ ਮਿਹਰ ਵੀ ਹੋ ਜਾਂਦੀ ਹੈ। ਵਡਿਆਈ ਸੱਚੇ ਨਾਮ ਕੀ, ਵਡਿਆਈ ਸੱਚੇ ਨਾਮ ਦੀ ਹੈ। ਤੇ ਜਿਹੜੇ ਨਾਮ ਜਪਣ ਵਾਲੇ ਆ, ਉਹਨਾਂ ਦਾ ਕੀ ਕੰਮ ਹੈ? ਨਾਮ ਜਪਣਾ ਤੇ ਨਾਮ ਜਪਾਉਣਾ। ਸੰਤਾਂ ਹੁਕਮ ਅਕਾਲੀ। ਸੰਤਾਂ ਨੂੰ ਕੀ ਹੁਕਮ ਹੈ? ਅਕਾਲ ਪੁਰਖ ਦਾ। ਰੱਬ ਦੇ ਪਿਆਰਿਓ, ਪਹਿਲਾਂ ਆਪ ਨਾਮ ਜਪੋ, ਆਪ ਉਹਨਾਂ ਪੂਰਨਿਆਂ ਤੇ ਚੱਲੋ, ਫਿਰ ਸੰਗਤਾਂ ਨੂੰ ਉਹਨਾਂ ਪੂਰਨਿਆਂ ਤੇ ਚਲਾਓ। ਨਾਮ ਜਪਣਾ, ਨਾਮ ਜਪਾਉਣਾ। ਸੰਤਾਂ ਹੁਕਮ ਅਕਾਲੀ। ਉਹ ਅਕਾਲ ਪੁਰਖ ਦਾ ਹੁਕਮ ਹੈ ਬਈ ਗੁਰੂ ਨਾਨਕ ਦੇ ਨਾਲ ਜੋੜਨਾ, ਆਪਣੇ ਨਾਲ ਨਹੀਂ। ਮਹਾਂਪੁਰਸ਼ ਤਾਂ ਇੱਕ ਵਿਚੋਲੇ ਹੁੰਦੇ ਆ। ਹੱਬੇ ਸਾਗ ਕੜਾਵੇ ਡਿੱਠੇ, ਪੱਲੇ ਤੈਂਡੇ ਲਾਗੀ। ਤੈਂਡੀ ਬੰਦਸ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣ। ਬਾਬਾ ਜੀ ਕਿਰਪਾ ਕਰਦੇ ਸੀ, ਅਸੀਂ ਆਪਣੇ ਕੰਤ ਦੀ ਪਛਾਣ ਕਰਨੀ ਹੈ। ਆਪਣੇ ਆਪ ਨਹੀਂ ਹੁੰਦੀ। ਜਿਵੇਂ ਇੱਕ ਮਾਤਾ ਜਾਂ ਪਿਤਾ ਜਾਂ ਚਾਚਾ ਤਾਇਆ ਬੱਚੇ ਬੱਚੀ ਦਾ ਪੱਲਾ ਫੜਾਉਂਦਾ ਹੈ, ਇੱਧਰ ਮਹਾਂਪੁਰਸ਼ ਸਾਨੂੰ ਗੁਰਬਾਣੀ ਨਾਲ ਜੋੜਦੇ ਆ, ਬਵਾਣੀਆਂ ਕਹਾਣੀਆਂ ਦੱਸਦੇ ਆ। ਗੁਰੂ ਨਾਲ ਜੁੜਨ ਦੀਆਂ
ਇਹ ਉਹ ਵਿਚੋਲੇ ਆ। ਆਪਣੇ ਆਪ ਸਾਨੂੰ ਨਹੀਂ ਪਤਾ ਲੱਗਦਾ। ਜਦੋਂ ਅਸੀਂ ਸੰਗਤ ਕਰਾਂਗੇ, ਪਹਿਲਾਂ ਸਾਡਾ ਪ੍ਰੇਮ ਬਣੇਗਾ, ਫਿਰ ਅਸੀਂ ਵਿਚਾਰ ਸੁਣਾਂਗੇ, ਹੌਲੀ ਹੌਲੀ ਹਿਰਦਾ ਸੁੱਧ ਹੋ ਜਾਂਦਾ, ਫਿਰ ਸਾਰਾ ਗਿਆਨ ਹੋਣ ਲੱਗ ਜਾਂਦਾ। ਸੱਚ ਤਾਂ ਪੁਰ ਜਾਣੀਐ ਜਾਂ ਹਿਰਦਾ ਸੱਚਾ ਹੋਏ। ਸੱਚ ਨੂੰ ਕਦੋਂ ਜਾਣ ਸਕਦਾ ਹੈ? ਜਦੋਂ ਉਹਦਾ ਹਿਰਦਾ ਸੱਚਾ ਹੋ ਗਿਆ। ਸੱਚ ਤਾਂ ਪੁਰ ਜਾਣੀਐ ਜਾਂ ਹਿਰਦਾ ਸੱਚਾ ਹੋਏ। ਕੂੜ ਕੀ ਮਲ ਉਤਰੈ, ਇਹ ਜੀਵ ਨੂੰ ਜਮਾਂ ਜਮਾਤਰਾਂ ਦੀ ਮਲ ਲੱਗੀ ਹੈ। ਕਾਲਾ ਸਾਹ ਹੋਇਆ ਪਿਆ, ਇਹ ਕਿਵੇਂ ਉਤਰੇਗੀ? ਸੰਗਤ ਵਿੱਚ ਬੈਠ ਕੇ ਚੰਗੇ ਵਿਚਾਰ ਸੁਣ ਕੇ ਇਹ ਮਲ ਉਤਰੇਗੀ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰ ਰਹੇ। ਸੱਚ ਤਾਂ ਪੁਰ ਜਾਣੀਐ ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਕਿਹਦਾ ਮਨ ਨਾਮ ਸੁਣ ਕੇ ਮਨ ਰਹਿਸੇਗਾ? ਗੁਰੂ ਨਾਨਕ ਦਾ। ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦੀ ਵਡਿਆਈ ਕਰਕੇ ਸਾਡੇ ਮਨ ਨੂੰ ਖੁਸ਼ੀ ਹੋਵੇਗੀ। ਅਸੀਂ ਵਡਿਆਈ ਕਰਨੀ ਹੈ। ਜਦੋਂ ਵਡਿਆਈ ਕਰਾਂਗੇ, ਫਿਰ ਗੁਰੂ ਨਾਨਕ ਦੀ ਸਾਡੇ ਤੇ ਮਿਹਰ ਹੋਵੇਗੀ। ਅਸੀਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਵੀ ਕਰਨਾ। ਅਸੀਂ ਬਹਿੰਦੇ ਹਾਂ, ਬਾਣੀ ਪੜ੍ਹਦੇ ਹਾਂ, ਫਿਰ ਕਈ ਵਾਰੀ ਫੁਰਨੇ ਪਾਸੇ ਆਸੇ ਬਣਦੇ ਰਹਿੰਦੇ ਆ। ਬੈਠੇ ਕਿਤੇ ਹੁੰਨੇ ਆ, ਬਾਣੀ ਕਿਤੇ ਪੜ੍ਹਦੇ ਹੁੰਨੇ ਆ, ਮਨ ਕਿਤੇ ਤੁਰਿਆ ਫਿਰਦਾ। ਮਨ ਨੂੰ ਵਸ ਕਰਨ ਵਾਸਤੇ ਮਨ ਵਸ ਕਿਵੇਂ ਆਵੇਗਾ? ਮਨ ਵਸ ਆਵੇ ਨਾਨਕਾ ਜਾਂ ਪੂਰਨ ਕਿਰਪਾ ਹੋਵੇ। ਉਹ ਕਿਰਪਾ ਕਿਹਦੇ ਰਾਹੀਂ ਹੁੰਦੀ ਹੈ? ਮਹਾਂਪੁਰਸ਼ਾਂ ਦੇ ਰਾਹੀਂ। ਅਸੀਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਨਾ। ਧਿਆਨ ਕਿਉਂ ਬਾਬਾ ਜੀ ਕਿਰਪਾ ਕਰਦੇ ਸੀ? ਇਹ ਧਿਆਨ ਹੈ ਜਿਹੜਾ ਪਹਿਲਾਂ ਸਾਡੀਆਂ ਅੱਖਾਂ ਇਹਨਾਂ ਦੇ ਵਿੱਚ ਦੀ ਅੰਦਰ ਧਿਆਨ ਜਾਂਦਾ ਹੈ। ਜੇ ਅਸੀਂ ਆਪਣੇ ਨੇਤਰਾਂ ਨਾਲ ਗੁਰੂ ਨਾਨਕ ਦੇ ਦਰਸ਼ਨ ਕਰਾਂਗੇ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਾਂਗੇ, ਫਿਰ ਬਾਬਾ ਜੀ ਕਿਰਪਾ ਕਰਦੇ ਆ। ਸਾਡੇ ਸੰਕਟ ਵੀ ਖਤਮ ਹੋ ਸਕਦੇ ਆ। ਸਾਡੇ ਤੇ ਗੁਰੂ ਨਾਨਕ ਦੀ ਮਿਹਰ ਵੀ ਹੋ ਜਾਂਦੀ ਹੈ। ਸਾਡੀਆਂ ਮੰਗਾਂ ਵੀ ਪੂਰੀਆਂ ਹੋ ਜਾਂਦੀਆਂ। ਬਾਬਾ ਜੀ ਬਾਣੀ ਦੁਆਰਾ ਵੀ ਕਿਰਪਾ ਕਰਦੇ ਆ। ਚਰਨ ਕਮਲ ਹਿਰਦੇ ਵਸੈ। ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਣਾ। ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਜਿਹਨੇ ਪੂਰੇ ਗੁਰੂ ਦੀ ਆਪਣਾ ਆਪ ਭੇਟ ਕਰ ਦਿੱਤਾ, ਸੱਚੇ ਪਾਤਸ਼ਾਹ ਮੈਂ ਵੀ ਤੇਰਾ, ਪੁੱਤਰ ਧੀਆਂ ਵੀ ਤੇਰੇ, ਜਾਇਦਾਦ ਵੀ ਤੇਰੀ। ਸੱਚੇ ਪਾਤਸ਼ਾਹ ਸਭ ਕੁਝ ਤੁਹਾਡਾ ਹੈ, ਤੁਸੀਂ ਦਾਤੇ ਹੋ।
ਸਾਡੇ ਤੇ ਤੁਸੀਂ ਮਿਹਰ ਕਰਨੀ ਹੈ, ਸਾਨੂੰ ਆਪਣੇ ਬਣਾ ਲੈਣਾ। ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋਏ। ਤੁਸੀਂ ਸੋਚੋਗੇ ਜਗ ਕਿਵੇਂ ਬਣ ਜਾਂਦਾ ਹੈ? ਜਿਹੜਾ ਜੀਵ ਦਾ ਫੁਰਨ ਹੈ, ਮਨ ਹੈ, ਉਹ ਐਸਾ ਹੋ ਜਾਂਦਾ ਹੈ, ਉਹਨੂੰ ਦੂਜਾ ਭਾਸਦਾ ਹੀ ਨਹੀਂ, ਸਾਰੇ ਆਪਣੇ ਭਾਸਦੇ ਆ। ਆਪੇ ਜੱਗ ਆਪਣਾ ਹੋ ਗਿਆ, ਬਰਿਆਈਆਂ ਨਿਕਲ ਜਾਂਦੀਆਂ। ਜਦੋਂ ਅਸੀਂ ਗੁਰੂ ਨੂੰ ਸੱਜਣ ਬਣਾ ਲਈਏ, ਜੇ ਗੁਰੂ ਨੂੰ ਸੱਜਣ ਨਹੀਂ ਬਣਾਇਆ, ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਬਰਿਆਈਆਂ ਨਹੀਂ ਨਿਕਲਦੀਆਂ। ਇੱਕ ਸੱਜਣਾ ਸਭ ਸੱਜਣਾ, ਇੱਕ ਬੈਰੀ ਸਭ ਬਾਦ। ਗੁਰ ਪੂਰੇ ਵਿਖਾਲਿਆ, ਬਿਨ ਨਾਵੈ ਸਭ ਬਾਦ। ਜੇ ਇੱਕ ਸੱਜਣ ਬਣ ਗਿਆ ਤਾਂ ਸਾਰੀ ਦੁਨੀਆ ਸੱਜਣ ਭਾਸੇਗੀ। ਅਸੀਂ ਗੁਰੂ ਨੂੰ ਆਪਣੇ ਸੱਜਣ ਬਣਾਉਣਾ, ਮਾਲਕ ਬਣਾਉਣਾ। ਅਸੀਂ ਉਹਨਾਂ ਨੂੰ ਐਂ ਵੇਖਣਾ ਵੀ ਸਦਾ ਲਈ ਸਾਡੇ ਨਾਲ ਹੈ। ਜੈ ਜੈ ਪੇਖੋਂ ਤਾਏ ਹਜੂਰ, ਦੂਰ ਕਥੂ ਨਾ ਜਾਈ। ਉਹ ਕਦੇ ਵੀ ਦੂਰ ਨਹੀਂ ਜਾਂਦੇ, ਪਰ ਸਾਡੀ ਭਾਵਨਾ ਦੀ ਲੋੜ ਹੈ, ਸਰਧਾ ਦੀ ਲੋੜ ਹੈ। ਜਦੋਂ ਸਰਧਾ ਬਣ ਜਾਂਦੀ ਹੈ, ਉਦੋਂ ਫਿਰ ਜੀਵ ਮਾਲਕ ਨੂੰ ਨੇੜੇ ਵੇਖਦਾ। ਜਦੋਂ ਨੇੜੇ ਵੇਖਦਾ, ਫਿਰ ਬੁਰਾ ਨਹੀਂ ਕਰਦਾ, ਬੁਰੇ ਫੁਰਨੇ ਨਹੀਂ ਬਣਦੇ, ਉਹਨਾਂ ਤੋਂ ਡਰਦਾ ਰਹਿੰਦਾ। ਇਸ ਲਈ ਮਾਲਕ ਨੂੰ ਨੇੜੇ ਵੇਖਣਾ। ਅੱਜ ਪਹਿਰਾ ਗੁਰੂ ਨਾਨਕ ਦਾ ਕਲਯੁਗ ਦੇ ਰਾਜ ਵਿੱਚ। ਗੁਰੂ ਨਾਨਕ ਦੀ ਸਾਡੇ ਤੇ ਮਿਹਰ ਹੈ। ਇਹ ਸਾਰੀ ਦੁਨੀਆ ਦੇ ਸਾਂਝੇ ਆ, ਇੱਕ ਦੇ ਨਹੀਂ, ਸਭ ਦੇ ਆ। ਜਿਹੜਾ ਵੀ ਭਾਵਨਾ ਲਿਆਉਂਦਾ, ਸਰਧਾ ਲਿਆਉਂਦਾ, ਉਹਨਾਂ ਤੇ ਮਿਹਰਾਂ ਕਰਦੇ ਆ। ਬਾਬਾ ਜੀ ਕਿਰਪਾ ਕਰਦੇ ਸੀ, ਅਸੀਂ ਚੰਗੇ ਬਣਨਾ। ਚੰਗੇ ਕਿਵੇਂ ਬਣਾਂਗੇ? ਚੰਗੇ ਪੁਰਸ਼ਾਂ ਦੀ ਸੰਗਤ ਕਰਕੇ, ਚੰਗੇ ਥਾਂ ਜਾ ਕੇ ਉੱਥੇ ਚੰਗੇ ਬਣ ਜਾਂਦੇ ਆ। ਜੇ ਮਾੜੇ ਬੰਦੇ ਦੀ ਸੰਗਤ ਕਰੇ, ਨਿੰਦਿਆ ਚੁਗਲੀ ਵਾਲਿਆਂ ਦੀ ਸੰਗਤ ਕਰੇ, ਵਿਸ਼ੇ ਵਿਕਾਰ ਵਾਲਿਆਂ ਦੀ ਸੰਗਤ ਕਰੇ, ਬੰਦਾ ਉਹੇ ਜਿਹਾ ਬਣ ਜਾਂਦਾ। ਨਹੀਂ, ਬਾਬਾ ਜੀ ਕਿਰਪਾ ਕਰਦੇ ਸੀ, ਚੰਗਿਆਂ ਦੀ ਸੰਗਤ ਕਰਨੀ ਹੈ, ਫਿਰ ਬੰਦਾ ਚੰਗਾ ਬਣ ਜਾਂਦਾ। ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਇੱਕ ਦਾਤਾ ਕੌਣ ਹੈ? ਗੁਰੂ ਨਾਨਕ। ਇਹ ਸਾਡੇ ਦਾਤੇ ਆ, ਅਸੀਂ ਇਹਨਾਂ ਨੂੰ ਮੰਗਣਾ, ਇਹਨਾਂ ਅੱਗੇ ਅਰਦਾਸ ਕਰਨੀ ਹੈ। ਐਵੇਂ ਥਾਂ ਥਾਂ ਨਹੀਂ ਫਿਰਨਾ। ਜਿਹੜੇ ਲੋਕ ਥਾਂ ਥਾਂ ਤੁਰੇ ਫਿਰਦੇ ਆ, ਚਾਪੜੋਸੀਆਂ ਕਰਦੇ ਫਿਰਦੇ ਆ, ਉਹ ਫਿਰ ਸਾਰਿਆਂ ਪਾਸੋਂ ਖਾਲੀ ਰਹਿ ਜਾਂਦੇ ਆ। ਖਾਲੀ। ਬਾਬਾ ਜੀ ਕਿਰਪਾ ਕਰਦੇ ਸੀ। ਬਾਬਾ ਜੀ ਨੇ ਗੁਰੂ ਨਾਨਕ ਨੂੰ ਪੂਜਿਆ ਤੇ ਗੁਰੂ ਨਾਨਕ ਦੀ ਸੇਵਾ ਕੀਤੀ ਹੈ। ਇਹ ਨਾਨਕ ਸਰ ਭਗਤੀ ਦਾ ਘਰ,
ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਗੁਰੂ ਨਾਨਕ ਦੇਵ ਜੀ ਮਹਾਰਾਜ 10 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ। ਅਸੀਂ ਕੱਲ੍ਹ ਹੀ ਮੁੜੇ ਆ ਉੱਥੋਂ ਨੰਦੇੜ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ। ਬੜਾ ਮੌਸਮ ਵਧੀਆ, ਸੁਹਾਵਣਾ ਮੌਸਮ ਆ ਉੱਤੇ, ਕੋਈ ਗਰਮੀ ਗੁਰਮੀ ਨਹੀਂ। 18 20 ਤੱਕਰ 25 ਤੱਕਰ ਉੱਥੇ ਰਹਿੰਦਾ ਟੈਂਪਰੇਚਰ, ਬੱਦਲ ਬੌਲੀ ਹਵਾ ਵਗਦੀ ਰਹਿੰਦੀ ਹੈ। ਇਹੋ ਜਿਹਾ ਵਧੀਆ ਮੌਸਮ ਹੈ, ਹਰੇ ਬਾਈ ਹੈ, ਗੋਦਾਵਰੀ ਭਰੀ ਵਗਦੀ ਹੈ। ਦੇਖੋ ਗੁਰੂ ਕਲਗੀਆਂ ਵਾਲੇ ਨੇ ਕਹੇ ਜਿਹਾ ਸਮਾਂ, ਕਹੇ ਜੀ ਜਗ੍ਹਾ ਲੀਕ ਕੀਤੀ ਹੈ, ਤੇ ਕਹੇ ਜੀ ਜਗ੍ਹਾ ਤੇ ਜਾ ਕੇ ਉੱਥੇ ਚੋਲਾ ਬਦਲਿਆ। ਉੱਥੇ ਹੀ ਗੁਰੂ ਸਾਹਿਬ ਨੂੰ ਗੱਦੀ ਬਖਸ਼ੀ। ਗੁਰੂ ਸਾਹਿਬ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਬਈ ਅਸੀਂ ਕੀ ਕਰਨਾ ਹੈ। ਜਦੋਂ ਗੁਰੂ ਸਾਹਿਬ ਪਹਿਲਾਂ ਮਾਧੋ ਸਿੰਘ ਬਰਾਗੀ ਜਿਹੜਾ ਹੋਇਆ ਬੰਦਾ ਸਿੰਘ ਬਹਾਦਰ, ਇਹ ਕਿਸੇ ਰਾਜੇ ਦਾ ਪੁੱਤ ਸੀ, ਤੇ ਜਦੋਂ ਇਹ ਸ਼ਿਕਾਰ ਖੇਡਦਾ ਹੁੰਦਾ ਸੀ, ਇਹਨੇ ਇੱਕ ਹਰਨੀ ਦੇ ਤੀਰ ਮਾਰਿਆ। ਉਹ ਸੂਣ ਵਾਲੀ ਸੀ। ਉਹ ਜਦੋਂ ਡਿੱਗ ਪਈ, ਉਹਦੇ ਬੱਚੇ ਪੈਦਾ ਹੋਏ। ਉਹ ਦੋਨੇ ਬੱਚੇ ਤੜਫ ਤੜਫ ਕੇ ਮਰ ਗਏ। ਤਾਂ ਉਸ ਟਾਈਮ ਤੇ ਉਹਦੇ ਮਨ ਨੂੰ ਬੜੀ ਭੈੜੀ ਸੱਟ ਵੱਜੀ ਵੀ ਮਨਾ ਤੂੰ ਬਹੁਤ ਵੱਡਾ ਪਾਪ ਕੀਤਾ ਹੈ, ਤੈਨੂੰ ਇਹ ਕਰਨਾ ਨਹੀਂ ਚਾਹੀਦਾ। ਉਹਨੇ ਤੀਰ ਤੋੜ ਕੇ ਤੀਰ ਕਮਾਨ ਸਭ ਸਿੱਟ ਦਿੱਤੇ, ਤੇ ਫਿਰ ਉਹ ਬਰਾਗ ਵਿੱਚ ਹੋ ਗਿਆ। ਫਿਰ ਉਹਦਾ ਨਾਂ ਮਾਧੋ ਦਾਸ ਬਰਾਗੀ ਬਣਿਆ। ਉਧਰ ਜਿਹੜੇ ਲੋਕ ਜੰਤਰਾਂ ਮੰਤਰਾਂ ਵਾਲੇ ਸੀ, ਉਹਨਾਂ ਦੇ ਕੋਲੇ ਰਹਿਣ ਲੱਗਿਆ ਨੰਦੇੜ ਸਾਹਿਬ। ਜੰਤਰ ਮੰਤਰ ਵੀ ਬਹੁਤ ਸਿੱਖੇ। ਆਏ ਗਏ ਸਾਧੂਆਂ ਨੂੰ ਮੰਜੇ ਉੱਤੇ ਬਹਾ ਲੈਣਾ ਪਲੰਘ ਦੇ, ਪਹਿਲਾਂ ਉਹਦਾ ਸਤਿਕਾਰ ਕਰਨਾ, ਫਿਰ ਜੰਤਰ ਮੰਤਰ ਨਾਲ ਮੂਧਾ ਕਰ ਦੇਣਾ ਮੰਜਾ, ਫਿਰ ਮਗਰੋਂ ਬੜਾ ਹੱਸਣਾ, ਤੇ ਸਾਧੂ ਨੇ ਪਰੇਸ਼ਾਨ ਹੋਣਾ। ਐਂ ਕਰਦਾ ਸੀ। ਜਦੋਂ ਗੁਰੂ ਸਾਹਿਬ ਗਏ, ਗੁਰੂ ਸਾਹਿਬ ਨੂੰ ਕੋਈ ਮਹਾਪੁਰਸ਼ ਮਿਲੇ, ਉਹ ਕਹਿਣ ਲੱਗੇ ਮਹਾਰਾਜ ਇੱਥੇ ਇੱਕ ਮਾਧੋ ਦਾਸ ਬਰਾਗੀ ਹੈ, ਉਹ ਆਏ ਗਏ ਸਾਧੂਆਂ ਨਾਲ ਮਹਾਪੁਰਸ਼ਾਂ ਨਾਲ ਇਸ ਤਰ੍ਹਾਂ ਕਰਦਾ ਹੈ, ਤੇ ਤੁਸੀਂ ਉਹਨਾਂ ਕੋਲੇ ਨਾ ਜਾਇਓ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸੀ ਜਾਣਾ ਹੀ ਉਹਦੇ ਕੋਲੇ ਆ, ਉਹਨੂੰ ਤਾਂ ਸੁਧਾਰਨਾ, ਅਸੀਂ ਉਹਦੇ ਕੋਲੇ ਲਾਜ਼ਮੀ ਜਾਣਾ। ਤੇ ਗੁਰੂ ਸਾਹਿਬ ਪਹਿਲਾਂ ਉਹਦੇ ਕੋਲੇ ਗਏ। ਉਹਦਾ ਬਹੁਤ ਵੱਡਾ ਬਗੀਚਾ ਸੀ, ਹਰੇ ਬਾਈ ਸੀ, ਉੱਥੇ ਬੱਕਰੇ ਬੁੱਕਰੇ ਵੀ ਰੱਖੇ ਹੋਏ ਸੀ, ਬੱਕਰੀਆਂ ਹੋਰ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜਾ ਕੇ ਉਹਦੇ ਪਲੰਘ ਤੇ ਬੈਠ ਗਏ, ਤੇ ਪਾਵਿਆਂ ਤੇ ਤੀਰ ਰੱਖ ਦਿੱਤੇ, ਵੀਰ ਆਸਣ ਹੋ ਕੇ ਬੈਠ ਗਏ। ਸਿੰਘਾਂ ਨੂੰ ਕਹਿਣ ਲੱਗੇ ਬਈ ਲੰਗਰ ਤਿਆਰ ਕਰੋ, ਤੇ ਕਹਿਣ ਲੱਗੇ ਮਹਾਰਾਜ ਬਈ ਸਬਜ਼ੀ ਭਾਜੀ ਫਿਰ ਲਿਆਉਣੀ ਪੈਣੀ ਹੈ ਕਿਤੋਂ। ਗੁਰੂ ਸਾਹਿਬ ਕਹਿੰਦੇ ਜਿੰਨੇ ਬੱਕਰੇ ਆ ਸਭ ਵੜ ਦਿਓ, ਝਿੜਕਾ ਦਿਓ ਸਾਰੇ ਬੱਕਰੇ। ਤੇ ਸਿੰਘਾਂ ਨੇ ਫਿਰ ਚੱਕਤਾ ਕੰਮ ਨੂੰ। ਉਹਨਾਂ ਨੂੰ ਖੁੱਲ੍ਹ ਚਾਹੀਦੀ ਸੀ, ਤੇ ਉਹਨਾਂ ਨੇ ਆਪਣੇ ਜੰਤਰ ਮੰਤਰ ਕੀਤੇ। ਉਹਦੇ ਪੀਰਾਂ ਨੇ ਜਦੋਂ ਨਾ ਗੁਰੂ ਸਾਹਿਬ ਦਾ ਪਲੰਘ ਮੂਧਾ ਵੱਜਿਆ, ਫਿਰ ਬੰਦਾ ਸਿੰਘ ਬਹਾਦਰ ਕਿਤੇ ਗਿਆ ਵਾ ਸੀ, ਉਹਦਾ ਨਾਮ ਮਾਧੋ ਦਾਸ ਸੀ। ਮਾਧੋ ਦਾਸ ਉਹਨੂੰ ਸੱਦਣ ਗਏ, ਮਹਾਰਾਜ ਤੁਹਾਡੇ ਪਲੰਘ ਤੇ ਕੋਈ ਯੋਧਾ ਸੂਰਬੀਰ ਬਲੀ ਉਹ ਆ ਕੇ ਬੈਠ ਗਿਆ। ਉਹਦਾ ਪਲੰਘ ਤਾਂ ਟਸ ਤੋਂ ਮਸ ਨਹੀਂ ਹੋਇਆ,
ਉਹਨਾਂ ਤਾਂ ਸਗਾਂ ਦੀ ਸਾਰੇ ਜਿੰਨੇ ਬਗੀਚੇ ਵਿੱਚ ਬੱਕਰੇ ਸੀ ਉਹ ਵੀ ਝੜਕ ਦਿੱਤੇ, ਸਾਰੇ ਵੱਢ ਦਿੱਤੇ। ਤੇ ਮਾਧੋ ਦਾਸ ਬੜੇ ਗੁੱਸੇ ਵਿੱਚ ਆਇਆ। ਆ ਕੇ ਉਹਨੇ ਆਪਦੇ ਜੰਤਰ ਮੰਤਰ ਕੀਤੇ ਤੇ ਪਰ ਮੰਜਾ ਹਿੱਲਿਆ ਨਾ। ਗੁਰੂ ਸਾਹਿਬ ਦੇ ਚਰਨੀ ਪੈ ਗਿਆ, ਬੇਨਤੀ ਕੀਤੀ, ਮਹਾਰਾਜ ਮੈਨੂੰ ਭੁੱਲ ਬਖਸ਼ੋ। ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਕਹਿੰਦਾ ਜੀ ਮੇਰਾ ਬਗੀਚਾ ਪਿੱਟਿਆ ਗਿਆ, ਤੁਸੀਂ ਜਾਨਵਰਾਂ ਨੂੰ ਵੱਢ ਦਿੱਤਾ, ਬੱਕਰਿਆਂ ਨੂੰ ਵੱਢ ਦਿੱਤਾ, ਇਹ ਪਿੱਟਿਆ ਗਿਆ। ਗੁਰੂ ਸਾਹਿਬ ਕਹਿੰਦੇ, ਮਾਧੋ ਦਾਸ ਪੰਜਾਬ ਵਿੱਚ ਜਿੱਥੋਂ ਤੂੰ ਛੱਡ ਕੇ ਆ ਗਿਆ, ਜਿੱਧਰੋਂ, ਉੱਥੇ ਦੇਖਿਆ ਜਾ ਕੇ ਕਿੰਨਾ ਨਿਰਦੋਸ਼ਾਂ ਦਾ ਖੂਨ ਡੁੱਲਿਆ। ਉਹ ਧਰਤੀ ਨਹੀਂ ਪਿੱਟੀ ਗਈ, ਤੇਰਾ ਬਗੀਚਾ ਵੱਧ ਪਿੱਟਿਆ ਗਿਆ। ਤੇ ਉਹਨੂੰ ਜਦੋਂ ਗਿਆਨ ਕਰ ਦਿੱਤਾ, ਫਿਰ ਕਹਿਣ ਲੱਗਿਆ, ਮਹਾਰਾਜ ਮੈਨੂੰ ਵੀ ਆਪਣਾ ਬੰਦਾ ਬਣਾਓ, ਮੇਰੇ ਤੇ ਮਿਹਰ ਕਰੋ, ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਦਿਓ। ਗੁਰੂ ਸਾਹਿਬ ਨੇ 5 ਸਿੰਘਾਂ ਨੂੰ ਕਿਹਾ, ਬਈ ਅੰਮ੍ਰਿਤ ਤਿਆਰ ਕਰੋ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਨੂੰ ਫਿਰ ਉੱਥੋਂ ਦੱਸਦੇ ਆ 5 ਤੀਰ ਦਿੱਤੇ। ਤੇ ਫਿਰ ਬੰਦਾ ਸਿੰਘ ਨੂੰ ਕਿਹਾ, ਬਈ ਜਿਹੜਾ ਸੂਬਾ ਸਰਹੰਦ ਨੇ ਸਾਡੇ ਸਾਹਿਬਜ਼ਾਦਿਆਂ ਨੂੰ, ਉਹ ਬੜੀ ਛੋਟੀ ਉਮਰ ਦੇ ਸੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ। ਤੇ ਉਹ ਸਾਥੋਂ ਬਦਲਾ ਲੈ ਸਕਦਾ ਸੀ, ਮੇਰੇ ਬੱਚਿਆਂ ਤੋਂ ਨਹੀਂ। ਉਹਨੂੰ ਜ਼ਰੂਰ ਸੋਧਣਾ, ਜੋ ਗੁਰੂ ਸਾਹਿਬ ਦਾ ਸਹਾਰਾ ਸੀ। ਫਿਰ ਬੰਦਾ ਸਿੰਘ ਨੂੰ ਉੱਥੋਂ ਭੇਜਿਆ ਨੰਦੇੜ ਤੋਂ, ਤੇ ਸਿੰਘਾਂ ਨੂੰ 5 ਸਿੰਘ ਨਾਲ ਦਿੱਤੇ ਤੇ 5 ਤੀਰ ਨਾਲ ਦਿੱਤੇ। ਸਾਰਿਆਂ ਨੂੰ ਚਿੱਠੀਆਂ ਪਵਾਤੀਆਂ ਵੀ ਨਾਲ ਬੰਦਾ ਸਿੰਘ ਦੇ ਰਲ ਕੇ। ਫਿਰ ਬੰਦਾ ਸਿੰਘ ਨੇ ਆ ਕੇ ਇੱਧਰ ਚੱਪੜ ਚਿੜੀ ਕੰਨੀ ਉੱਥੋਂ ਚਿੱਠੀ ਲਿਖੀ, ਆ ਕੇ ਸਰਹੰਦ ਨੂੰ ਸੋਧਿਆ। ਉਹ ਹੁਕਮ ਕਿਹਦਾ ਸੀ? ਗੁਰੂ ਕਲਗੀਧਰ ਪਾਤਸ਼ਾਹ ਦਾ। ਤੇ ਗੁਰੂ ਸਾਹਿਬ ਨੇ ਇਹ ਬਹੁਤ ਵੱਡਾ ਕੰਮ ਕਰਨਾ ਸੀ। ਤੇ ਉੱਥੋਂ ਆਪਣੇ ਇੱਕ ਸੇਵਾਦਾਰ ਨੂੰ ਸਿੰਘ ਸਜਾ ਕੇ, ਅੰਮ੍ਰਿਤ ਛਕਾ ਕੇ, ਗੁਰੂ ਵਾਲਾ ਬਣਾ ਕੇ ਉਹਨੂੰ ਭੇਜਿਆ ਉੱਥੋਂ। ਤੇ ਉੱਧਰ ਗੁਰੂ ਸਾਹਿਬ, ਉਹਨਾਂ ਨੂੰ ਪਤਾ ਸੀ ਭਾਣਾ ਵਰਤਾਉਣਾ ਸੀ, ਤਾਂ ਫਿਰ ਗੁਰੂ ਸਾਹਿਬ ਨੇ ਉੱਥੇ ਬੰਦੇ ਮਗਰ ਲੱਗੇ ਸੀ। ਉਹਨਾਂ ਨੇ ਗੁਰੂ ਸਾਹਿਬ ਦੇ ਸੁਰਾ ਝਬੋਤਾ ਸੀ। ਇਹ ਤਾਂ ਉਹਨਾਂ ਦੀ ਲੀਲਾ ਹੀ ਸੀ, ਪਰ ਗੁਰੂ ਸਾਹਿਬ ਨੇ ਉਹਨੂੰ ਵੀ ਨਾਲ ਹੀ ਝੜਕਾ ਦਿੱਤਾ ਉੱਥੇ। ਤੇ ਇੱਕ ਬੰਦੇ ਨੂੰ ਸਿੰਘਾਂ ਨੇ ਬਾਹਰ ਝੜਕਾਤਾ। ਉਹ ਵਜੀਦ ਖਾਂ ਨੇ ਭੇਜੇ ਹੋਏ ਸੀ, ਸੂਬਾ ਸਰਹੰਦ ਨੇ ਮਗਰ ਲਾਏ ਸੀ ਗੁਰੂ ਸਾਹਿਬ ਦੇ। ਤੇ ਗੁਰੂ ਸਾਹਿਬ ਨੇ ਜਦੋਂ ਉੱਥੇ ਚੋਲਾ ਬਦਲਣਾ ਸੀ, ਕੁਝ ਸਮੇਂ ਬਾਅਦ ਇੱਕ ਉੱਥੇ ਨਗੀਨਾ ਘਾਟ ਬਣਿਆ, ਤੇ ਉੱਥੇ ਬਹਾਦਰ ਸ਼ਾਹ ਆਇਆ। ਗੁਰੂ ਸਾਹਿਬ ਕੋਲੇ ਬਹੁਤ ਮਹਿੰਗਾ ਕੀਮਤੀ ਹੀਰਾ ਭੇਟ ਕੀਤਾ। ਤਾਂ ਗੁਰੂ ਸਾਹਿਬ ਨੇ ਉਹਨੂੰ ਵੇਖ ਕੇ 4 ਚੁਫੇਰਿਓਂ ਨਦੀ ਵਿੱਚ ਸੁੱਟ ਦਿੱਤਾ। ਉਹ ਬੜਾ ਹੈਰਾਨ ਹੋਇਆ, ਬਈ ਇਹ ਤਾਂ ਕੀਮਤ ਹੀ ਕੋਈ ਨਹੀਂ, ਇੰਨਾ ਬੇਕੀਮਤਾ ਹੀਰਾ ਕਰੋੜਾਂ ਰੁਪਏ ਦਾ, ਤੇ ਗੁਰੂ ਸਾਹਿਬ ਨੇ ਤਾਂ ਇਹਦੀ ਕਦਰ ਹੀ ਨਹੀਂ ਕੀਤੀ। ਤੇ ਗੁਰੂ ਸਾਹਿਬ ਕਹਿੰਦੇ, ਬਹਾਦਰ ਸ਼ਾਹ ਸੋਚਦਾ ਕੀ ਹੈ, ਜੇ ਲੋੜ ਹੈ ਤਾਂ ਆ ਪਿਆ ਇੱਥੇ ਕੱਢ ਲਾ। ਤੇ ਜਦੋਂ ਉੱਥੇ ਦੇਖਿਆ ਹੱਥ ਮਰਾ ਕੇ ਉੱਥੇ ਕਿੰਨੇ ਹੀਰੇ ਪਏ, ਗੁਰੂ ਸਾਹਿਬ ਕਹਿੰਦੇ ਸਾਡਾ ਖਜ਼ਾਨਾ ਹੈ ਭਾਈ ਇੱਥੇ। ਤੇ ਆਏ ਗੁਰੂ ਸਾਹਿਬ ਤਾਂ ਮੇਰਾ ਕਰਦੇ ਸੀ, ਉਹਨੇ ਉੱਥੇ ਹੀ ਰੱਖਤਾ। ਉਹਦਾ ਹੰਕਾਰ ਟੁੱਟ ਗਿਆ, ਬਈ ਗੁਰੂ ਸਾਹਿਬ ਤਾਂ ਪਤਾ ਹੀ ਨਹੀਂ ਕਿੰਨੇ ਹੀਰਿਆਂ ਦੇ ਮਾਲਕ ਹੈ, ਇਹ ਤਾਂ ਸਾਰੀ ਧਰਤੀ ਇਹਨਾਂ ਦੀ ਹੈ। ਇਹੋ ਜਿਹੇ ਗੁਰੂ ਸਾਹਿਬ ਨੇ ਬੜੇ ਚੋਜ ਕੀਤੇ। ਇੱਕ ਜਿਹੜਾ ਉਸ ਟਾਈਮ ਤੇ ਉੱਥੇ ਉਹ ਵੀ ਸੀਗਾ
ਮੂਲਾ ਖੱਤਰੀ ਜਦੋਂ ਗੁਰੂ ਸਾਹਿਬ ਨੇ ਇੱਧਰੋਂ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹੀ ਵੇਲੇ ਉਹ ਲੁਕ ਗਿਆ ਸੀ, ਉਹਦੇ ਸੱਪ ਲੜ ਗਿਆ ਸੀ। ਫਿਰ ਗੁਰੂ ਸਾਹਿਬ ਕੋਲੇ ਲੈ ਗਏ। ਗੁਰੂ ਸਾਹਿਬ ਨੇ ਕਿਹਾ ਬਈ ਇਹ 10ਵੇਂ ਜਾਮੇ ਵਿੱਚ ਧਾਰ ਕਰਾਂਗੇ। ਉਹ ਸਹਿਆ ਘਾਟ ਵੀ ਉੱਥੇ ਜਗ੍ਹਾ ਹੈ, ਉੱਥੇ ਝਾੜੀਆਂ ਵਿੱਚ ਉਹ ਸਹਿਆ ਵੱਡਾ ਸਾਰਾ। ਤੇ ਆ ਕੇ ਜਦੋਂ ਵੜਿਆ ਗੁਰੂ ਸਾਹਿਬ ਨੇ ਤੀਰ ਦੇ ਨਾਲ ਹੀ ਚੱਕ ਲਿਆ ਉਹਨੂੰ ਤੇ ਬੁੱਕਲ 'ਚ ਲੈ ਕੇ ਘੁੱਟੀ ਜਾਣ, ਸਾਰਾ ਚੋਲਾ ਲਿਬੜ ਗਿਆ। ਦਿਆਸ ਹੋਣੀ ਕਹਿਣ ਲੱਗੇ ਮਹਾਰਾਜ ਇਹਦੇ ਨਾਲ ਕਿੰਨਾ ਕੁ ਪਿਆਰ ਹੈ ਇਸ ਜਾਨਵਰ ਨਾਲ, ਆਪ ਜੀ ਦਾ ਸਾਰਾ ਚੋਲਾ ਲਿਬੜ ਗਿਆ। ਬਾਬਾ ਜੀ ਕਹਿੰਦੇ ਸਾਡਾ ਇਹ ਪੁਰਾਣਾ ਸਾਥੀ ਹੈ, ਗੁਰੂ ਨਾਨਕ ਵੇਲੇ ਦਾ ਸਾਥੀ ਹੈ ਸਾਡਾ। ਇਹ ਸਹੁਰਾ ਗੁਹਾਰੇ ਵਿੱਚ ਲੁਕ ਗਿਆ ਘਰ ਵਾਲੀ ਦੇ ਕਹਿਣ ਤੇ। ਅਸੀਂ ਇਹਦਾ ਸਮਾਂ ਦੇਖ ਕੇ ਅਸੀਂ ਇਹਨੂੰ ਲੈਣ ਗਏ ਸੀ ਤਾਂ ਇਹ ਲੁਕ ਗਿਆ। ਘਰ ਵਾਲੀ ਨੇ ਕਹਿਤਾ ਜੀ ਉਹ ਹੈ ਨਹੀਂ। ਅਸੀਂ ਫਿਰ ਮੁੜਿਆ ਇਹ ਵੀ ਹੈ ਹੀ ਨਹੀਂ ਤਾਂ ਚਲੋ ਠੀਕ ਹੈ। ਹੁਣ 10ਵੇਂ ਜਾਮੇ ਵਿੱਚ ਅਸੀਂ ਇਹਦਾ ਆਧਾਰ ਕਰਨਾ ਸੀ। ਸਾਨੂੰ ਇਸ ਲਈ ਇਹਦਾ ਪਿਆਰ ਹੀ ਇੰਨਾ ਆਉਂਦਾ ਸੀ ਤੇ ਅਸੀਂ ਭਾਈ ਘੁੱਟ ਕੇ ਸਾਥੀ ਨਾਲ ਲਾ ਲਿਆ। ਤੇ ਫਿਰ ਦਿਆਸ ਉਹਨੂੰ ਆ ਬਚਨ ਦੱਸਿਆ ਗੁਰੂ 10ਵੇਂ ਪਾਤਸ਼ਾਹ ਨੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਕਈ ਲੋਕ ਇਹੋ ਜਿਹੇ ਸੀ ਲੈ ਗੁਰੂ ਸਾਹਿਬ ਸ਼ਿਕਾਰ ਖੇਡਦੇ ਸੀ, ਗੁਰੂ ਸਾਹਿਬ ਉਹ ਆਪ ਮੀਟ ਖਾਂਦੇ ਸੀ। ਨਹੀਂ, ਗੁਰੂ ਸਾਹਿਬ ਤਾਂ ਲੱਖਾਂ ਜੀਵਾਂ ਦਾ ਆਧਾਰ ਕਰਦੇ ਸੀ। ਸਾਨੂੰ ਲੋਕਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੁੰਦਾ ਹੈ। ਉਹਨੇ ਤਾਂ ਦ੍ਰਿਸ਼ਟੀ ਪੈਣ ਨੇ ਵੀ ਆਧਾਰ ਹੋ ਜਾਂਦਾ ਸੀ। ਤੇ ਇਸ ਤਰ੍ਹਾਂ ਉਹਨਾਂ ਨੇ ਜੀਵਾਂ ਦਾ ਆਧਾਰ ਕੀਤਾ। ਤੇ ਫਿਰ ਉਸ ਜਗ੍ਹਾ ਤੇ ਗੁਰੂ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਸੀ ਉੱਥੇ ਗੱਦੀ ਵੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਨੂੰ। ਉਹਨਾਂ ਨੂੰ ਪਤਾ ਸੀ ਬਈ ਜਿਹੜਾ ਮੂਹਰੇ ਸਮਾਂ ਆਉਣ ਵਾਲਾ ਕਲਯੁਗ ਦਾ ਰਾਜ ਹੈ, ਲੋਕ ਮੇਰੇ ਸਿੱਖ ਸੇਵਕ ਭੜਕਦੇ ਫਿਰਨਗੇ, ਐਵੇਂ ਮੜੀਆਂ ਮਸਾਣੀਆਂ ਨੂੰ ਮੰਨੀ ਜਾਣਗੇ, ਦਰਖਤਾਂ ਨੂੰ ਪਾਣੀ ਪਾਈ ਜਾਣਗੇ ਤੇ ਦਰਖਤਾਂ ਨੂੰ ਤੇਲ ਪਾਈ ਜਾਣਗੇ ਤੇ ਇਹਨਾਂ ਨੂੰ ਕਿਸੇ ਦੇ ਲੜ ਲਾ ਦਈਏ। ਕਿਉਂ? ਬਚਨ ਕਿਹਦਾ ਸੀ? ਬਚਨ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਈ 84 ਜਾਮੇ ਪਹਿਰਾਂਗੇ, 10 ਪ੍ਰਗਟ 74 ਜਾਮੇ ਸੰਤਾਂ ਦੇ ਰੂਪ ਵਿੱਚ ਆਵਾਂਗੇ। ਤੇ ਉਹੀ ਫਿਰ ਬਚਨ ਗੁਰੂ ਨਾਨਕ ਦਾ ਕਲਗੀਆਂ ਵਾਲੇ ਨੇ ਪੂਰਾ ਕੀਤਾ। ਉੱਥੋਂ ਜਿਹੜੀ ਗੱਦੀ ਸੀ ਗੁਰੂਆਂ ਵਾਲੀ ਬੰਦ ਕਰ ਦਿੱਤੀ ਤੇ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ। ਉੱਥੇ 5 ਪੈਸੇ ਨਰੇਲ ਰੱਖ ਕੇ ਭਾਈ ਦਿਆ ਸਿੰਘ, ਹਰ ਸਿੰਘ, ਸਾਹਿਬ ਸਿੰਘ, 5 ਸਿੰਘ 3 ਹੋਰ ਨਵੇਂ ਨਾਲ ਲੈ ਕੇ ਤੇ ਉਸ ਜਗ੍ਹਾ ਤੇ ਫਿਰ ਹਾਜ਼ਰੀ ਵਿੱਚ ਤੇ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ, ਆਗਿਆ ਭਈ ਅਕਾਲ ਕੀ ਤਵਾ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ। ਇਸ ਤਰ੍ਹਾਂ ਭਾਈ ਬਈ ਇੱਥੋਂ ਕੋਈ ਵੀ ਪ੍ਰਾਪਤੀ ਕਰ ਸਕਦਾ ਹੈ। ਇਹ ਏਡਾ ਵੱਡਾ ਦਰ ਹੈ ਗੁਰੂ ਨਾਨਕ ਦਾ। ਤੇ ਗੁਰੂ ਸਾਹਿਬ ਨੇ ਉੱਥੇ ਬੜੀਆਂ ਮਿਹਰਾਂ ਕੀਤੀਆਂ। ਨੰਦੇੜ ਦੀ ਧਰਤੀ ਤੇ ਕੋਈ ਵੀ ਸਰਦਾ ਭਾਵਨਾ ਨਾਲ ਜਾਂਦਾ ਹੈ, ਉੱਥੇ ਆਪਦੀਆਂ ਸੁੱਖਾਂ ਲਾਉਂਦਾ ਹੈ, ਅਰਦਾਸਾਂ ਕਰਦਾ ਹੈ। ਤੇ ਜਿਹੜਾ ਸੱਚੇ ਹਿਰਦੇ ਨਾਲ ਖੜਦਾ ਹੈ ਫਿਰ ਗੁਰੂ ਸਾਹਿਬ ਉਹਦੀਆਂ ਪੂਰੀਆਂ ਕਰਦੇ ਆ। ਗੁਰੂ ਸਾਹਿਬ ਦੇ ਸ਼ਸਤਰ ਵਸਤਰ ਬਹੁਤ ਕੁਛ ਹੈ ਉੱਥੇ। ਤੇ ਇਸ ਤਰ੍ਹਾਂ ਭਾਈ ਉੱਥੇ ਜਾ ਕੇ ਜੀ ਵੀ ਬੜਾ ਲੱਗਦਾ ਹੈ। ਹੁਣ ਕਰੋਨਾ ਕਰਾਨਾ ਉੱਥੇ ਕੋਈ ਨਹੀਂ ਹੈ, ਜਿਹਦਾ ਕੋਈ ਟਾਈਮ ਲੱਗੇ ਜਾ ਸਕਦਾ ਹੈ।
ਹੁਣ ਰੇਲਾਂ ਵੀ ਚੱਲ ਪਈਆਂ। ਸਾਨੂੰ ਜਥੇਦਾਰ ਕੁਲਵੰਤ ਸੋਹਣ ਹੀ ਕਹਿਣ ਲੱਗੇ, ਬਾਬਾ ਜੀ ਤੁਸੀਂ ਸੰਗਤਾਂ ਨੂੰ ਜ਼ਰੂਰ ਦੱਸੋ ਬਈ ਉੱਥੇ ਭਾਈ ਨੰਦੇੜ ਦੀ ਧਰਤੀ 'ਤੇ ਜਾਓ। ਤੇ ਇਸ ਤਰ੍ਹਾਂ ਉਹਨਾਂ ਨੇ ਜਥੇਦਾਰਾਂ ਨੇ ਬੜਾ ਪਿਆਰ ਕੀਤਾ। ਉੱਥੇ ਬਾਬਾ ਨਿਧਾਨ ਸਿੰਘ ਜੀ, ਉਹਨਾਂ ਦੀ ਬਰਸੀ ਸੀ 4 ਮਹਾਂਪੁਰਸ਼ਾਂ ਦੀ। ਇੱਕ ਬਾਬਾ ਨਿਧਾਨ ਸਿੰਘ, ਇੱਕ ਬਾਬਾ ਹਰਨਾਮ ਸਿੰਘ, ਇੱਕ ਬਾਬਾ ਆਤਮਾ ਸਿੰਘ ਮੋਨੀ ਜੀ ਕਹਿੰਦੇ ਸੀ, ਇੱਕ ਬਾਬਾ ਸੀਸਾ ਸਿੰਘ। ਇਹ 4 ਮਹਾਂਪੁਰਸ਼ਾਂ ਦੀ ਬਰਸੀ ਸਮਾਗਮ ਸੀ। ਕਾਫੀ ਮਹਾਂਪੁਰਸ਼ ਗਏ ਸੀ, ਹੋਰ ਵੀ ਜਥੇਬੰਦੀਆਂ ਬਹੁਤ ਗਈਆਂ ਸੀ ਉੱਥੇ। ਮੌਸਮ ਬੜਾ ਸੁਹਾਵਣਾ ਸੀਗਾ, ਬਹੁਤ ਇਕੱਠ ਸੀ। ਤੇ ਇਸ ਤਰ੍ਹਾਂ ਭਾਈ ਉੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ। ਦੇਖੋ ਕਿੱਥੇ ਕਿੱਥੇ ਚੋਲਾ ਨੰਦੇੜ ਸਾਹਿਬ ਵਰ ਬਦਲਿਆ ਤੇ ਪਟਨਾ ਸਾਹਿਬ ਗੁਰੂ ਸਾਹਿਬ ਦਾ ਆਗਮਨ ਪੁਰਬ ਹੋਇਆ। ਤੇ ਇਸ ਤਰ੍ਹਾਂ ਇਹ ਵੀ ਸਾਰੇ ਸੂਬੇ ਗੁਰੂ ਸਾਹਿਬ ਨੇ ਨਾਲ ਜੋੜਨੇ ਸੀ। ਸਾਰੇ ਹੀ ਹਿੰਦੁਸਤਾਨ ਵਿੱਚ 10 ਗੁਰੂਆਂ ਨੇ ਗੇੜਾ ਦਿੱਤਾ ਹੈ। ਸਾਰੇ ਥਾਂ ਸਥਾਨ ਬਣੇ ਹੋਏ ਹੈ। ਤੇ ਇਸ ਤਰ੍ਹਾਂ ਭਾਈ ਇਹ ਵਡਿਆਈ ਕਿਹਦੀ ਹੈ? ਵਡਿਆਈ ਹੈ ਗੁਰੂ ਨਾਨਕ ਦੀ। ਗੁਰੂ ਨਾਨਕ ਦੀ ਵਡਿਆਈ ਕਰਿਆ ਕਰੋ। ਅੰਮ੍ਰਿਤ ਵੇਲੇ ਉੱਠਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਫਿਰ ਭਾਈ ਨਿਤਨੇਮ ਕਰਿਆ ਕਰੋ। ਕੋਈ ਮੂਲ ਮੰਤਰ ਦਾ ਪਾਠ, ਕੋਈ ਵਾਹਿਗੁਰੂ ਸ਼ਬਦ ਦਾ ਪਾਠ, ਕੋਈ ਰਾਮ ਰਾਮ ਦਾ ਪਾਠ, ਕੋਈ ਜਪਜੀ ਸਾਹਿਬ ਦਾ ਪਾਠ, ਕੋਈ ਸੁਖਮਨੀ ਸਾਹਿਬ ਦਾ ਪਾਠ, ਜੋ ਵੀ ਕਰ ਸਕਦੇ ਆ। ਪਰ ਧਿਆਨ ਗੁਰੂ ਨਾਨਕ ਦਾ ਕਰਨਾ ਹੈ। ਜਦੋਂ ਗੁਰੂ ਨਾਨਕ ਦਾ ਧਿਆਨ ਕਰੋਗੇ ਫਿਰ ਸਾਡਾ ਮਨ ਨਹੀਂ ਭੜਕੇਗਾ। ਨਹੀਂ ਤਾਂ ਇਹ ਬੜਾ ਕੁਛ ਭਾਲਦਾ। ਕਬਹੂ ਜੀੜਾ ਊਪ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੂੰਟਾਂ ਭਾਲੇ। ਇਹ ਤਾਂ ਬੜੇ ਪਾਸੀਂ ਭੱਜਦਾ ਹੈ, ਖੜਦਾ ਹੀ ਨਹੀਂ ਹੈ। ਇਹਨੂੰ ਖੜਾਉਣ ਵਾਸਤੇ ਅਸੀਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਨਾ। ਜਿਵੇਂ ਕੋਈ ਨਿਸ਼ਾਨ 'ਚ ਹੀ ਹੁੰਦਾ, ਆ ਫੌਜੀ ਹੁੰਦੇ ਆ ਤੇ ਉਹਨਾਂ ਨੇ ਜੇ ਤਾਹਾਂ ਨੂੰ ਉਹ ਫੈਰ ਕਰਨ, ਆਪਾਂ ਕਹਿ ਦਿਆਂਗੇ ਹਵਾਈ ਫੈਰ ਹੈ। ਜੇ ਟਾਰਗੇਟ ਹੋਵੇ ਉਹਦੇ 'ਚ ਨਿਸ਼ਾਨਾ ਮਾਰਨ, ਫਿਰ ਕਹਾਂਗੇ ਵੀ ਇਹ ਨਿਸ਼ਾਨਾ। ਸਾਡਾ ਨਿਸ਼ਾਨਾ ਕਿੱਧਰ ਚਾਹੀਦਾ? ਗੁਰੂ ਨਾਨਕ ਦੇ ਚਰਨਾਂ ਵੱਲ। ਬਈ ਸੱਚੇ ਪਾਤਸ਼ਾਹ ਬਾਬਾ ਜੀ ਇਹ ਤੁਹਾਡੀ ਬਾਣੀ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਇਹ ਬਾਣੀ ਤੁਹਾਡੀ ਹੈ। ਤੁਸੀਂ ਸਾਡੇ ਤੇ ਜੀਵਾਂ ਤੇ ਕਿਰਪਾ ਕੀਤੀ ਹੈ। ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖੋ। ਸਾਡਾ ਜਿਹੜਾ ਮਨ ਹੈ ਉਹ ਕਿਤੇ ਪਾਸੇ ਆਸੇ ਨਾ ਭੱਜਿਆ ਫਿਰੇ, ਤੁਹਾਡੇ ਚਰਨਾਂ ਨਾਲ ਲੱਗਿਆ ਰਹੇ। ਆਏ ਅਸੀਂ ਅਰਦਾਸ ਕਰਨੀ ਹੈ। ਫਿਰ ਬਾਬਾ ਜੀ ਕਿਰਪਾ ਕਰਦੇ ਸੀ। ਜਦੋਂ ਆਪਾਂ ਅਰਦਾਸ ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਮੈਂ ਵੀ ਤੇਰਾ ਪੁੱਤਰ, ਧੀਆਂ ਵੀ ਤੇਰੇ, ਜਾਇਦਾਦ ਵੀ ਤੇਰੀ, ਸਾਨੂੰ ਆਪਣੇ ਬਣਾਈ ਰੱਖੋ। ਫਿਰ ਬਾਬਾ ਜੀ ਕਿਰਪਾ ਕਰਦੇ ਸੀ। ਵਿੱਚ ਕਰਤਾ ਪੁਰਖ ਖਲੋਆ, ਫਿਰ ਬਾਲ ਨਾ ਵਿੰਗਾ। ਇਸ ਤਰ੍ਹਾਂ ਫਿਰ ਉਹਨਾਂ ਦਾ ਬਾਲ ਵਿੰਗਾ ਨਹੀਂ ਹੁੰਦਾ। ਸਾਰੀਆਂ ਸੰਗਤਾਂ ਵੱਡੇ ਭਾਗਾਂ ਵਾਲਿਓ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ, ਭਗਤੀ ਕੀਤੀ। ਉਪਰੰਤ ਬਾਬਾ ਈਸਰ ਸਿੰਘ ਜੀ ਮਹਾਰਾਜ, ਉਹਨਾਂ ਤੋਂ ਬਰੋਸਾਏ। ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਆ ਕਿਰਪਾ ਬੋਲਣ ਦੀ ਹੋਈ ਹੈ ਤੇ ਜਿਨ੍ਹਾਂ ਨੇ ਆ 13 ਮੰਜ਼ਲਾ ਸਥਾਨ ਬਣਾਇਆ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ। ਤੇ ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਦੀ ਵਰਸੀ ਆ ਰਹੀ ਹੈ 13 ਭਾਦੋਂ ਦੀ। ਸਭ ਸੰਗਤਾਂ ਨੂੰ ਤਰੀਕਾਂ ਦਾ ਪਤਾ ਹੀ ਹੁੰਦਾ ਹੈ। 24 ਅਗਸਤ ਤੋਂ 28 ਅਗਸਤ ਤੱਕ
ਉੱਥੇ ਸਰੋਵਰ ਵੀ ਵਿਹਲੇ ਹੋ ਗਏ ਆ, ਪਾਣੀ ਪੂਣੀ ਪਾਉਂਦੇ ਆ। ਤੇ ਇਸ ਤਰ੍ਹਾਂ ਸਾਰਿਆਂ ਨੇ ਆਪਣੀਆਂ ਡਿਊਟੀਆਂ ਕਰਨੀਆਂ, ਹਾਜ਼ਰੀਆਂ ਭਰਨੀਆਂ। ਇਹ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਬਰਸੀਆਂ, ਜਨਮ ਦਿਹਾੜੇ ਹੁੰਦੇ ਆ, ਕਾਹਦੇ ਵਾਸਤੇ ਹੁੰਦੇ ਆ? ਇਹ ਸਾਨੂੰ ਲੋਕਾਂ ਨੂੰ ਇਹਦੇ ਵਿੱਚ ਸੇਵਾ ਮਿਲਦੀ ਹੈ, ਹਾਜ਼ਰੀ ਦਾ ਮੌਕਾ ਮਿਲਦਾ ਹੈ, ਸਾਡੇ ਪੁੰਨ ਵੱਧਦੇ ਆ, ਸਾਡੇ ਤੇ ਗੁਰੂ ਨਾਨਕ ਦੀ ਮਿਹਰ ਹੁੰਦੀ ਹੈ। ਇਹ ਮਿਹਰ ਕਰਾਉਣ ਦੇ ਉਪਰਾਲੇ ਆ। ਤੇ ਇਸ ਤਰ੍ਹਾਂ ਭਾਈ ਸਾਰੀਆਂ ਸੰਗਤਾਂ ਜਿੰਨੇ ਵੀ ਆਏ ਹੋ ਇਸ ਮੱਸਿਆ ਤੇ 13 ਮੰਜ਼ਲੇ ਸਥਾਨ ਤੇ, ਅੱਜ ਸਾਡੇ ਰਾਗੀ ਸਿੰਘ ਜਲੰਧਰ ਤੋਂ ਆਏ ਵੇ ਸੀ ਕਾਫੀ, ਉਹ ਇਕੱਠੇ ਬੈਠ ਕੇ ਕੀਰਤਨ ਕਰਦੇ ਆ। ਸਾਨੂੰ ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਨੂੰ ਆਪਣਾ ਕੀਰਤਨ ਸੁਣਾਉਣਾ। ਇੱਥੇ ਕਾਫੀ ਟਾਈਮ ਲਾ ਕੇ ਗਏ ਆ, ਕਾਫੀ ਕਈ ਬੱਚੇ ਤਾਂ ਸਾਡੇ ਕੋਲੇ ਰਹਿ ਕੇ ਗਏ ਆ। ਤੇ ਇਸ ਤਰ੍ਹਾਂ ਉਹਨਾਂ ਨੂੰ ਪਿਆਰ ਹੈ ਤੇ ਉਹਨਾਂ ਨੇ ਵੀ ਅੱਜ ਹਾਜ਼ਰੀ ਭਰੀ ਹੈ। ਭਾਗਾਂ ਵਾਲੇ ਆ ਜੀ ਜਿਹੜੇ ਵੀ ਇੱਥੇ ਆਏ। ਕਿੰਨੇ ਸੋਹਣੇ ਲੱਗਦੇ ਸੀ, 3-4 ਜੋੜੀਆਂ ਰੱਖੀਆਂ, ਬਾਜੇ ਰੱਖੇ, ਆਏ ਫਿਰ ਉਹ ਇਕੱਠੇ ਹੀ ਕੀਰਤਨ ਕਰਦੇ ਆ। ਤੇ ਇਸ ਤਰ੍ਹਾਂ ਭਾਈ ਕਿਉਂ ਨਾ ਕਰਨ। ਬਾਬਾ ਜੀ ਦਾ ਬਚਨ ਹੈ, ਕਲ ਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਮੁਖ ਦਾ ਖਿਤਾਬ ਬਹੁਤ ਵੱਡਾ ਹੁੰਦਾ ਹੈ। ਇਹ ਕਿਹਨੂੰ ਮਿਲਿਆ? ਇਹ ਭਾਈ ਰਾਗੀ ਸਿੰਘਾਂ ਨੂੰ ਮਿਲਿਆ। ਇਸ ਤਰ੍ਹਾਂ ਸਾਰੇ ਭਾਗਾਂ ਵਾਲਿਓ ਅਸੀਂ ਹੁਣ ਸਮਾਪਤੀ ਕਰਦੇ ਹਾਂ। ਦੇਗਾਂ ਵਾਲੇ ਦੇਗਾਂ ਲੈ ਕੇ ਆ ਗਏ, ਉਹਨਾਂ ਨੇ ਦੇਗਾਂ ਵੀ ਵਰਤਾਉਣੀਆਂ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ। ਬੱਚੇ ਬੱਚੀਆਂ ਮਾਤਾ ਪਿਤਾ ਦਾ ਹੁਕਮ ਮੰਨਿਆ ਕਰੋ। ਜਿਹੜੇ ਮਾਪਿਆਂ ਨੂੰ ਖੁਸ਼ ਰੱਖਦੇ ਆ ਉਹਨਾਂ ਤੇ ਗੁਰੂ ਨਾਨਕ ਦੀ ਮਿਹਰ ਰਹਿੰਦੀ ਹੈ। ਸ਼ਰਾਬਾਂ ਨਸ਼ੇ ਨਹੀਂ ਪੀਣੇ, ਜਿਹੜੇ ਨਸ਼ੇ ਹੈ ਬਹੁਤ ਮਾੜੀ ਚੀਜ਼ ਹੈ। ਮਾਸ ਮਿੱਟੀ ਨਹੀਂ ਖਾਣਾ, ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਉਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਹੈ। ਅਵਸ ਚੀਜ਼ਾਂ ਖਾਈਏ, ਸਾਫ ਸੁਥਰੀਆਂ ਖਾਈਏ, ਘਰ ਦੀਆਂ ਚੀਜ਼ਾਂ ਖਾਈਏ, ਫਿਰ ਬੰਦਾ ਤਕੜਾ ਰਹਿੰਦਾ। ਤੇ ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਤੋਂ ਨਹੀਂ ਖੁੰਝਣਾ। ਭਾਗਾਂ ਵਾਲਿਓ ਸੰਗਤ ਕਰਨੀ ਆ ਮਹਾਂਪੁਰਸ਼ਾਂ ਦੀ। ਕਿਹੜੇ ਮਹਾਂਪੁਰਸ਼ਾਂ ਦੀ? ਜਿਹੜੇ ਮਹਾਂਪੁਰਸ਼ ਆਪ ਨਾਮ ਜਪਦੇ ਹੋਣ, ਸੰਗਤਾਂ ਕੋਲੋਂ ਜਪਾਉਂਦੇ ਹੋਣ, ਗੁਰੂ ਨਾਨਕ ਦੇ ਨਾਲ ਜੋੜਦੇ ਹੋਣ, ਉਹਨਾਂ ਦੀ ਸੰਗਤ ਕਰਨੀ ਹੈ। ਫਿਰ ਸਾਨੂੰ ਕੋਈ ਘਾਟਾ ਨਹੀਂ ਰਹਿੰਦਾ। ਅਸੀਂ ਹੁਣ ਸਮਾਪਤੀ ਕਰਦੇ ਹਾਂ। ਵਡਿਆਈ ਸੱਚੇ ਨਾਮ ਕੀ, ਹਉ ਜੀਵਾ ਸੁਣ ਸੁਣੇ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਾਕਤ। ਵੱਡੀ ਹੂੰ ਵੱਡਾ, ਅਪਾਰ ਤੇਰਾ ਮਰਤਬਾ। ਤੇਰਾ ਘਰ ਆਨੰਦ ਵਧਾਈ, ਤੁਧ ਕਰ। ਮਾਨ ਮਹਤਾ ਤੇਜ, ਆਪਣਾ ਆਪ ਜਰ। ਨਾਨਕ ਨਾਮ ਮਿਲੇ ਵਡਿਆਈ, ਇਦੋਂ ਉੱਪਰ ਕਰਮ ਨਹੀਂ। ਜੇਕਰ ਹੁੰਦੇ ਮੰਗਣ ਜਾਈਐ, ਫੇਰ ਅਲਾਂਭਾ ਮਿਲੈ ਤਹੀਂ। ਜੇ ਗੁਰੂ ਨਾਨਕ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਾਸੇ ਆਸੇ ਤੁਰੇ ਫਿਰਾਂਗੇ ਟੂਣੇ ਟਾਮਣ ਵਾਲਿਆਂ ਕੋਲੇ, ਅਗਲੇ ਕਹਿਣਗੇ ਦੇਖੋ ਬਈ ਰੱਬ ਦਾ ਨਾਂ ਲੈਣ ਵਾਲਾ ਬੰਦਾ ਇਹ ਕਿਹੜੇ ਪਾਸੇ ਤੁਰਿਆ ਫਿਰਦਾ। ਅਸੀਂ ਉਹਨਾਂ ਲੋਕਾਂ ਤੋਂ ਬਚਾ ਰੱਖਣਾ, ਉਹ ਆਪਣੀ ਤਾਂ ਚੰਗੇ, ਅਸੀਂ ਗੁਰੂ ਨਾਨਕ ਦੇ ਦਰ ਨੂੰ ਮੰਨਣਾ। ਭਾਗਾਂ ਵਾਲਿਓ ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦਿਓਗੇ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।